परम सत्कारयोग गुरु प्यारी गुरु रूप खालसा जी गुरु साहिबां द्वारा बख्शिश की हुई फतेह की सांझ पाइए। वाहिगुरू जी का खालसा वाहिगुरू जी की फतेह। और जिवें कि आपां जानते हैं अज कौमांतरी लैवल के उपर जिहड़ा औरत दिवस मनाया जा रहा है, क्योंकि 8 मार्च है अज। उसी बाबत विचार पढ़े तुहाडे नाल जरूर सांझ पावांगा उसी, जिस विच बाणी की एक तुक दे नाल संबोधन किया गया, सो क्यों मंदा आखीए जित जम्मे राजान। जिउना है तो लड़ना पऊ, मुक्ति का राह घड़ना पऊ। कौमांतरी औरत दिवस का इतिहास क्योंकि काफ़ी डीपली मेरे को जिहड़ा विशा चाहे समझ लो इतिहास की एक परत पहुँची, तो मेरा मन दे विच एक तंग सी कि इसनूं अपने ग्रुप नाल भी सांझ पाई जाए तो होरां भी सज्जनां नूं इस चीज़ की सांझ पाई जाए। क्योंकि मैं पोस्ट जो मैं पहला भी एक बारी संबोधन किया कि पोस्ट जो आउंदी वो इन्ना किसी इंसान को समय नहीं हुंदा कि उन्होंने पूरा एंड टू एंड पढ़ सके, पर जो आडियो आउंदी है फिर जरूर बंदा सुनता है कि मैं सुन लवां इहनूं की इहने विच गल कीती इहो जी। तो उसी दे अनुसार मैं तुहाडे नाल सांझ पावांगा कि कौमांतरी औरत दिवस इतिहास के नाल पहलां जोड़ां। 1908 ਦੇ ਵਿੱਚ ਅਮਰੀਕਾ ਵਿੱਚ ਔਰਤ ਕੱਪੜਾ ਮਜ਼ਦੂਰਾਂ ਵੱਲੋਂ ਕੰਮ ਦੇ ਹਾਲਾਤਾਂ ਵਿੱਚ ਸੁਧਾਰ ਅਤੇ ਕੰਮ ਦੇ ਘੰਟੇ ਘਟਾਉਣਾ, ਬਰਾਬਰ ਤਨਖਾਹ ਆਦਿ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ। 14 ਹਫ਼ਤੇ ਦੀ ਇਸ ਲੰਬੀ ਹੜਤਾਲ ਵਿੱਚ 20,000 ਮਜ਼ਦੂਰ ਔਰਤਾਂ ਸ਼ਾਮਲ ਸਨ। ਪੁਲਿਸ ਵੱਲੋਂ ਕੀਤੇ ਗਏ ਲਗਾਤਾਰ ਜ਼ਬਰ ਨੇ ਇਸ ਇਤਿਹਾਸਕ ਹੜਤਾਲ ਨੂੰ ਕੁਚਲ ਦਿੱਤਾ। ਇਸ ਘਟਨਾ ਦੀ ਯਾਦ ਵਿੱਚ 8 ਮਾਰਚ 1910 ਨੂੰ ਕੌਮਾਂਤਰੀ ਔਰਤ ਦਿਵਸ ਨੂੰ ਮਨਾਏ ਜਾਣ ਦੀ ਪਿਰਤ ਪਈ। ਇਸ ਦਾ ਇਤਿਹਾਸ ਹੈ ਜੀ। ਇਸ ਤਰ੍ਹਾਂ ਇਸ ਦਿਨ ਦਾ ਇਤਿਹਾਸ ਔਰਤਾਂ ਦੀ ਜੁਝਾਰੂ ਵਿਰਾਸਤ ਦਾ ਹਿੱਸਾ ਬਣ ਗਿਆ, ਜਿਸ ਤੋਂ ਲੈ ਕੇ ਉਹਨਾਂ ਨੇ ਅੱਜ ਦੇ ਸਮੇਂ ਵਿੱਚ ਆਪਣੀ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਤੇ ਕੰਮ ਨੂੰ ਪੂਰਾ ਕਰਨਾ ਹੈ। ਪਰ ਇਸ ਦਿਨ ਦੇ ਇਤਿਹਾਸ ਨੂੰ ਧੂੜ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤ ਦਿਵਸ ਨੂੰ ਪਾਰਟੀਆਂ, ਤੋਹਫਿਆਂ, ਨਾਚ, ਬਿਊਟੀ ਪਾਰਲਰ ਅਤੇ ਹੋਰ ਕਿਸਮ ਦੀ ਵਿਕਰੀ 'ਚ ਡਿਸਕਾਊਂਟ ਆਦਿ ਹੀ ਮੰਡੀ ਦੀਆਂ ਸਰਗਰਮੀਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਅੱਜ ਦੇਸ਼ 'ਚ ਔਰਤਾਂ ਦੀ ਹਾਲਤ ਦਿਨੋਂ ਦਿਨ ਭੈੜੀ ਹੁੰਦੀ ਜਾ ਰਹੀ ਹੈ। ਇੱਥੇ ਹਰ 4.4 ਮਿੰਟ ਬਾਅਦ ਘਰੇਲੂ ਹਿੰਸਾ, 16 ਮਿੰਟ 'ਚ ਇੱਕ ਬਲਾਤਕਾਰ ਦੀ ਘਟਨਾ ਦਰਜ ਹੁੰਦੀ ਹੈ। 2015 ਵਿੱਚ ਹੀ ਬਲਾਤਕਾਰ 34,651 ਅਤੇ ਛੇੜਖਾਨੀ, ਸਰੀਰਕ ਸ਼ੋਸ਼ਣ 84,222 ਮਾਮਲੇ ਦਰਜ ਹੋਏ ਹਨ। ਹਰ ਸਾਲ 9,000 ਦੇ ਕਰੀਬ ਔਰਤਾਂ ਨੂੰ ਦਹੇਜ ਦੇ ਕਾਰਨ ਅਤੇ 1,000 ਨੂੰ ਅਣਖ ਖਾਤਰ ਕਤਲ ਕੀਤਾ ਜਾਂਦਾ ਹੈ। ਤਕਰੀਬਨ 18 ਸਾਲ ਦੀ ਉਮਰ ਤੋਂ ਹੇਠਾਂ 1,500 ਕੁੜੀਆਂ ਨੂੰ ਤੇਜ਼ਾਬੀ ਹਮਲੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਪਰੋਕਤ ਉਹ ਘਟਨਾਵਾਂ ਹਨ ਜਿਹੜੀਆਂ ਇਸ ਜ਼ੁਰਮ ਦੀ ਕਾਨੂੰਨੀ ਪਰਿਭਾਸ਼ਾ ਦੇ ਘੇਰੇ ਵਿੱਚ ਆਉਂਦੀਆਂ ਹਨ। ਉਸ ਤੋਂ ਔਰਤਾਂ ਨਾਲ ਪਰੰਪਰਾਵਾਂ ਦੇ ਨਾਮ ਦੇ ਹੁੰਦੇ ਸੈਂਕੜੇ ਅਜਿਹੇ ਵਿਤਕਰੇ ਹਨ ਜਿਨ੍ਹਾਂ ਨੂੰ ਕਾਨੂੰਨ ਜੁਰਮ ਨਹੀਂ ਮੰਨਦਾ। ਘਰਾਂ ਵਿੱਚ ਕੁੜੀਆਂ ਦੇ ਜੰਮਣ ਤੋਂ ਲੈ ਕੇ ਪਾਲਣ ਪੋਸ਼ਣ ਤੋਂ ਹੀ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਨੌਕਰੀ ਪੇਸ਼ਾ ਪਰਿਵਾਰਾਂ ਵਿੱਚ ਵੀ ਮਰਦ ਕੰਮ ਤੋਂ ਆ ਕੇ ਆਰਾਮ ਕਰਦਾ ਹੈ। ਬਰਾਬਰ ਕੰਮ ਕਰਕੇ ਔਰਤ ਨੂੰ ਘਰ ਦੇ ਕੰਮ ਕਰਨੇ ਪੈਂਦੇ ਹਨ। ਹਾਲੇ ਵੀ ਸਮਾਜ ਦਾ ਬਹੁਤ ਵੱਡਾ ਹਿੱਸਾ ਜੋ ਕੁੜੀਆਂ ਦੇ ਘਰੋਂ ਬਾਹਰ ਨਿਕਲਣ, ਕੰਮ ਕਾਰ ਕਰਨ ਅਤੇ ਰਾਤ ਨੂੰ ਘਰੋਂ ਬਾਹਰ ਨਿਕਲਣ ਨੂੰ ਸ਼ੱਕੀ ਨਿਗਾਹ ਦੇ ਨਾਲ ਦੇਖਦਾ ਹੈ। ਇਸ ਦੇ ਨਾਲ ਹੀ ਆਧੁਨਿਕਤਾ ਦੇ ਨਾਮ 'ਤੇ ਵੀ ਔਰਤ ਦੇ ਗੁਲਾਮੀ ਦੇ ਨਵੇਂ ਰੂਪ ਪੈਦਾ ਹੋ ਚੁੱਕੇ ਹਨ। ਫੈਸ਼ਨ, ਮਾਡਲਿੰਗ, ਮੈਗਜ਼ੀਨਾਂ, ਗੀਤਾਂ, ਫਿਲਮਾਂ ਅਤੇ ਵਸਤਾਂ ਦੀ ਵਿਕਰੀ ਲਈ ਔਰਤਾਂ ਦੇ ਜਿਸਮ ਨੂੰ ਵਿਗਿਆਪਨ ਲਈ ਵਰਤਣ ਜਿਹੇ ਕਾਰੋਬਾਰ ਚੱਲ ਰਹੇ ਹਨ। ਕਾਰਖਾਨਿਆਂ, ਖੇਤਾਂ, ਦੁਕਾਨਾਂ ਅਤੇ ਘਰਾਂ ਵਿੱਚ ਕੰਮ ਕਰਦੀਆਂ ਇਹਨਾਂ ਔਰਤਾਂ ਨਾ ਸਿਰਫ ਸਸਤੀਆਂ ਅਤੇ ਮਜ਼ਦੂਰ ਹਨ, ਸਗੋਂ ਇਹਨਾਂ ਕੰਮਾਂ ਦੀ ਥਾਵਾਂ 'ਤੇ ਵੀ ਸ਼ਰਮਨਾਕ ਗੁਲਾਮੀ, ਛੇੜਛਾੜ ਅਤੇ ਬਲਾਤਕਾਰ ਜਿਹੀਆਂ ਘਟਨਾਵਾਂ ਇਹਨਾਂ ਦਾ ਖਹਿੜਾ ਨਹੀਂ ਛੱਡਦੀਆਂ। ਸੰਸਾਰ ਭਰ ਦੇ ਵਿੱਚ ਘੰਟਿਆਂ ਪੱਖੀ ਕੀਤੀ ਜਾਣ ਵਾਲੀ ਕਿਰਤ ਵਿੱਚ ਔਰਤਾਂ ਦਾ ਹਿੱਸਾ 67% ਹੈ, ਪਰ ਆਮਦਨ 'ਚ ਉਹਨਾਂ ਦਾ ਹਿੱਸਾ 10% ਹੈ। ਬੜਾ ਸੋਚਣ ਦਾ ਵਿਸ਼ਾ ਹੈ। ਭਾਰਤ ਦੇ ਵਿੱਚ ਅੱਧੀਆਂ ਤੋਂ ਵੱਧ ਔਰਤਾਂ ਕੁਪੋਸ਼ਣ ਅਤੇ ਖੂਨ ਦੀ ਕਮੀ ਵਿੱਚ ਸ਼ਿਕਾਰ ਹਨ। ਜਣੇਪਾ, ਨਸਬੰਦੀ ਤੋਂ ਲੈ ਕੇ ਆਮ ਬਿਮਾਰੀਆਂ ਸੰਬੰਧੀ
ਇਹਨਾਂ ਤੱਕ ਜਾਣਕਾਰੀਆਂ ਅਤੇ ਡਾਕਟਰੀ ਸਹੂਲਤਾਂ ਦੀ ਪਹੁੰਚ ਬਹੁਤ ਘੱਟ ਹੈ। ਵਿੱਦਿਅਕ ਅਦਾਰਿਆਂ ਦੇ ਵਿੱਚ ਪੜ੍ਹ ਰਹੀਆਂ ਕੁੜੀਆਂ ਲਈ ਵੀ ਹਾਲਤ ਕੋਈ ਬਹੁਤੇ ਵੱਖਰੇ ਨਹੀਂ। ਅੱਜ ਦੇ ਸਮਾਜ ਦਾ ਇਹ ਹਾਲ ਹੈ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕੌਮਾਂਤਰੀ ਔਰਤ ਦਿਵਸ ਦੀ ਵਿਰਾਸਤ ਦਾ ਸਾਡੇ ਲਈ ਬਹੁਤ ਹੀ ਮਹੱਤਵ ਹੈ। ਸਾਨੂੰ ਇਸ ਤੋਂ ਪ੍ਰੇਰਨਾ ਲੈ ਕੇ ਸਦੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਇਸ ਲੜਾਈ ਨੂੰ ਅੱਗੇ ਵਧਾਉਣਾ ਪਵੇਗਾ। ਔਰਤਾਂ ਨੂੰ ਇਹ ਸਮਾਜ ਆਜ਼ਾਦੀ, ਬਰਾਬਰੀ ਤੋਹਫੇ ਵਿੱਚ ਜਾਂ ਕੋਈ ਅਸਮਾਨੋਂ ਫਰਿਸ਼ਤਾ ਉਤਰ ਕੇ ਦੇਣ ਨਹੀਂ ਆਵੇਗਾ। ਇਸ ਦੇ ਲਈ ਪੀੜਤ ਔਰਤਾਂ ਨੂੰ ਖੁਦ ਹੀ ਅੱਗੇ ਆਉਣਾ ਪਵੇਗਾ। ਸਿੱਖ ਧਰਮ ਅਨੁਸਾਰ ਔਰਤ ਦੀ ਮਹੱਤਤਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ। ਅਸੀਂ ਉਸ ਔਰਤ ਨੂੰ ਬੁਰਾ ਕਿਵੇਂ ਕਹਿ ਸਕਦੇ ਹਾਂ ਜੋ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਜਨਨੀ ਹੈ। ਇਸਤਰੀ ਦਾ ਜਨਮ ਹੋਣਾ ਕੋਈ ਆਮ ਗੱਲ ਨਹੀਂ। ਇਸਨੇ ਸੰਸਾਰ ਦੀ ਸਿਰਜਣਾ ਕਰਨ ਦੇ ਵਿੱਚ ਉਹ ਯੋਗਦਾਨ ਪਾਇਆ ਹੈ ਜਿਸ ਨੇ ਯੋਧਿਆਂ, ਸੂਰਵੀਰਾਂ, ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ। ਅਜਿਹੇ ਵਿੱਚ ਉਹਨਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਸਾਹਸ ਸਦਕਾ ਇਤਿਹਾਸ ਦੇ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ। ਸਿੱਖ ਇਤਿਹਾਸ ਅਨੁਸਾਰ ਅਤੇ ਗੁਰਬਾਣੀ ਵਿੱਚ ਔਰਤ ਨੂੰ ਮਾਂ, ਭੈਣ, ਪਤਨੀ, ਧੀ ਅਤੇ ਰਿਸ਼ਤਿਆਂ ਦੇ ਵਿੱਚ ਦਰਸਾਉਂਦੇ ਹੋਏ ਔਰਤ ਨੂੰ ਨਾਰੀ ਸ਼ਕਤੀ ਮੰਨਿਆ ਜਾਂਦਾ ਹੈ ਜੋ ਕਿਸੇ 'ਤੇ ਨਿਰਭਰ ਨਹੀਂ ਹੁੰਦੀ, ਸਗੋਂ ਆਪਣੀ ਹਿੰਮਤ ਅਤੇ ਹੌਸਲੇ ਦੇ ਨਾਲ ਜੇ ਇੱਕ ਰਾਜੇ ਨੂੰ ਜਨਮ ਦੇ ਸਕਦੀ ਹੈ ਤਾਂ ਦੂਸਰੇ ਪਾਸੇ ਪਾਪੀਆਂ ਅਤੇ ਦੁਸ਼ਟਾਂ ਦਾ ਨਾਸ਼ ਕਰਨ ਦਾ ਵੀ ਸਮਰੱਥਾ ਰੱਖਦੀ ਹੈ। ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੁਜਰ ਕੌਰ ਜੀ, ਬੀਬੀ ਰਜਨੀ ਜੀ, ਮਾਤਾ ਸੁੰਦਰੀ ਜੀ, ਮਾਤਾ ਸੁਲੱਖਣੀ ਜੀ, ਬੀਬੀ ਭਾਨੀ ਜੀ, ਰਾਣੀ ਸਦਾ ਕੌਰ ਜੀ, ਮਾਈ ਭਾਗੋ ਜੀ, ਹਰ ਇੱਕ ਦੀ ਸਿੱਖ ਇਤਿਹਾਸ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਹੈ। ਜੇ ਪਹਿਲੀ ਸਿੱਖ ਔਰਤ ਦੀ ਕਹੀਏ ਤਾਂ ਬੇਬੇ ਨਾਨਕੀ ਜੀ ਦਾ ਨਾਮ ਆਉਂਦਾ ਹੈ, ਕਿਉਂਕਿ ਬੇਬੇ ਨਾਨਕੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਰੂਪ ਨੂੰ ਸਭ ਤੋਂ ਪਹਿਲਾਂ ਪਹਿਚਾਣ ਲਿਆ ਸੀ। ਪਹਿਲੀ ਸੇਵਾ ਪੰਥੀ ਜਾਂ ਸੇਵਾ ਦੀ ਮੂਰਤ ਕਹੀਏ ਤਾਂ ਸਭ ਤੋਂ ਪਹਿਲਾਂ ਨਾਮ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਦਾ ਆਉਂਦਾ ਹੈ, ਜਿਨ੍ਹਾਂ ਦੇ ਨਾਮ 'ਤੇ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਮਾਤਾ ਖੀਵੀ ਜੀ ਦੇ ਨਾਮ 'ਤੇ ਗੁਰੂ ਘਰ ਲੰਗਰ ਚੱਲਦਾ ਹੈ। ਪਹਿਲੀ ਸ਼ਹੀਦ ਇਸਤਰੀ ਮਾਤਾ ਗੁਜਰ ਕੌਰ, ਜਿਨ੍ਹਾਂ ਨੇ ਆਪਣੇ ਸਰਬੰਸ ਨੂੰ ਸਿੱਖ ਕੌਮ ਦੀ ਖਾਤਰ ਕੁਰਬਾਨ ਹੁੰਦੇ ਦੇਖਿਆ। ਪਹਿਲੀ ਸਿੱਖ ਕੌਮ ਦੀ ਆਗੂ ਅਤੇ ਸਹਿਣਸ਼ੀਲਤਾ ਦੀ ਪੁਜਾਰੀ ਧੰਨ ਧੰਨ ਮਾਤਾ ਸੁੰਦਰੀ ਜੀ, ਜਿਨ੍ਹਾਂ ਦੇ ਚਾਰੋਂ ਪੁੱਤਰ ਸ਼ਹੀਦ ਹੋ ਗਏ, ਤਾਂ ਮਾਤਾ ਸੁੰਦਰੀ ਜੀ ਨੇ ਹਰ ਇੱਕ ਨੂੰ ਸਿੰਘ ਨੂੰ ਆਪਣੇ ਪੁੱਤਰ ਮੰਨ ਲਿਆ ਅਤੇ ਆਪਣੇ ਪੁੱਤਰਾਂ ਦੀ ਸ਼ਹਾਦਤ ਦਾ ਜਾਮ ਵੀ ਪੀ ਲਿਆ। ਪਹਿਲੀ ਤਿਆਗਣ ਸ਼੍ਰੀ ਨਾਨਕ ਦੇਵ ਜੀ ਦੀ ਪਤਨੀ ਮਾਤਾ ਸੁਲੱਖਣੀ ਜੀ, ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬ੍ਰਹਮੰਡ ਦੇ 14 ਸਾਲ ਦੇ ਸਫ਼ਰ ਵਿੱਚ ਘਰ ਨੂੰ ਸੰਭਾਲ ਕੇ ਰੱਖਿਆ। ਬੀਬੀ ਰਜਨੀ ਜੀ ਨੇ ਉਸ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੀ ਰਹੀ, ਆਪਣੇ ਪਤੀ ਨੂੰ ਕੋਹੜ ਦਾ ਰੋਗ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਦਾ ਸਾਥ ਦਿੰਦੀ ਰਹੀ। ਧੰਨ ਹੈ ਮਾਈ ਭਾਗੋ, ਜਿਨ੍ਹਾਂ ਨੇ ਬੇਦਾਵਾ ਦੇ ਕੇ ਆਏ ਹੋਏ ਗੁਰੂ ਸਿੰਘਾਂ ਦੇ ਆਪ ਅੱਗੇ ਲੱਗ ਕੇ ਗੁਰੂ ਦੇ ਲੜ ਲਾਇਆ ਅਤੇ ਮੁਗਲਾਂ ਖਿਲਾਫ ਲੜਾਈ ਲੜੀ। ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਜਨਮ ਦੇਣ ਵਾਲੀ ਜਨਨੀ ਨੂੰ ਸਲਾਮ ਹੈ। ਮਹਾਰਾਣੀ ਜਿੰਦਾ, ਜਿਸ ਦੀ ਅੰਗਰੇਜ਼ ਵੀ ਸਿਫਤ ਕਰਦੇ ਹਨ, ਜਿਸ ਨੇ ਉਸ ਵਕਤ ਤੱਕ ਦਮ ਨਹੀਂ ਤੋੜਿਆ ਜਦ ਤੱਕ ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਬਾਣੀ 'ਚ ਨਹੀਂ ਦੇਖ ਲਿਆ। ਸੋ ਸਿੱਖ ਇਤਿਹਾਸ ਦੇ ਵਿੱਚ ਮਾਵਾਂ ਦੀਆਂ, ਧੀਆਂ, ਪਤਨੀਆਂ ਅਤੇ ਭੈਣਾਂ ਦੀਆਂ ਕੁਰਬਾਨੀਆਂ ਗਿਣਨ ਲੱਗ ਜਾਈਏ ਤਾਂ ਉਹ ਅਣਗਿਣਤ ਹਨ, ਜਿਨ੍ਹਾਂ ਨੇ ਤਾਂ ਸਿਰਫ ਆਪਣਾ ਧਰਮ ਨਿਭਾਇਆ, ਸਗੋਂ ਆਪਣੇ ਸੁਭਾਅ ਦੇ ਨਾਲ, ਆਪਣੀ ਸਹਿਣਸ਼ੀਲਤਾ ਦੇ ਨਾਲ, ਆਪਣੀ ਕੁਰਬਾਨੀ, ਆਪਣੀ ਨਿਡਰਤਾ, ਨਿਰਪੱਖਤਾ, ਹੌਸਲੇ ਦੇ ਨਾਲ ਨਾ ਸਿਰਫ ਜੀਵਨ ਜਾਚ ਸਿਖਾਈ, ਸਗੋਂ ਕੌਮ ਦੀ ਖਾਤਰ ਸ਼ਹੀਦ ਹੋਣ ਦੀ ਪ੍ਰੇਰਨਾ ਵੀ ਦਿੱਤੀ। ਕੌਮਾਂਤਰੀ ਔਰਤ ਦਿਵਸ 'ਤੇ ਹਰ ਇੱਕ ਔਰਤ ਨੂੰ ਸਤਿਕਾਰ ਸਹਿਤ ਕੋਟ ਕੋਟ ਪ੍ਰਣਾਮ। ਇੰਨੀਆਂ ਕੁ ਬੇਨਤੀਆਂ ਦਾਸ ਵੱਲੋਂ ਪ੍ਰਵਾਨ ਕਰ ਲੈਣੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅਲਫਾਜ਼ ਕਹਿ ਗਿਆ ਹੋਵਾਂ, ਦਾਸ ਖਿਮਾ ਦਾ ਜਾਚਕ ਹੈ। ਜ਼ਰੂਰ ਸੁਣਨਾ ਪੋਸਟ ਨੂੰ ਔਰ ਅੱਗੇ ਸ਼ੇਅਰ ਵੀ ਕਰਨਾ, ਤਾਂ ਕਿ ਜਿਹੜੇ ਸੁਣਨ ਵਾਲੇ ਸੱਜਣ ਨੇ ਉਹ ਇਸ ਇਤਿਹਾਸ ਤੋਂ ਵਾਕਫ ਹੋ ਸਕਣ ਕਿ ਜੋ ਅਸੀਂ ਕੌਮਾਂਤਰੀ ਔਰਤ ਦਿਵਸ 8 ਮਾਰਚ ਨੂੰ ਮਨਾ ਰਹੇ ਹਾਂ, ਉਸ ਦਾ ਇਤਿਹਾਸ ਕੀ ਹੈ, ਉਹ ਕਿੱਥੋਂ ਸ਼ੁਰੂ ਹੋਇਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ